Hello students, our next topic is probable error. Probable error in coefficient of correlation. देखो ਅਸੀਂ coefficient of correlation find करना सीख लिया। Discrete series ਤੇ continuous series ਦੋਨਾਂ ਦੇ ਵਿੱਚ ਆਪਣੇ ਕੋਲ ਫਾਰਮੂਲੇ ਹੈ ਕਿ ਕਿਸ ਤਰੀਕੇ ਨਾਲ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਜੇ ਇਨਕਰੈਕਟ ਹੋਵੇ ਤਾਂ ਆਪਾਂ ਉਹਨੂੰ ਕਰੈਕਟ ਵੀ ਕਰ ਸਕਦੇ ਹਾਂ, ਉਹ ਵੀ ਆਪਾਂ ਕਰ ਚੁੱਕੇ ਹਾਂ ਆਲਰੇਡੀ। ਤੇ ਹੁਣ ਸਾਡੇ ਕੋਲ ਆ ਗਿਆ ਕਿ ਐਰਰ ਕੀ ਹੋ ਸਕਦੀ ਹੈ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਦੇ ਉੱਤੇ ਸਰਵੇ ਕਰਦੇ ਆ ਨਾ ਤਾਂ ਪੂਰੀ ਵੈਲਿਊਜ਼ ਨਹੀਂ ਲੈਂਦੇ। ਜਿੱਦਾਂ ਮੰਨ ਲਓ ਪੂਰੀ ਪਾਪੂਲੇਸ਼ਨ ਆ ਕਿਸੇ ਵੀ ਸਿਟੀ ਦੀ, ਆਪਾਂ ਹਰ ਇੱਕ ਕੋਲ ਜਾ ਕੇ ਸੈਂਪਲ ਇਕੱਠਾ ਨਹੀਂ ਕਰਦੇ। ਆਪਾਂ ਕੀ ਕਰਦੇ ਆ, ਕੁਛ ਇੱਕ ਜਿਹੜਾ ਆ ਸਾਈਜ਼ ਲੈ ਲੈਂਦੇ ਆ ਕਿ ਆਪਾਂ 100 ਬੰਦਿਆਂ ਨੂੰ ਕੰਸੀਡਰ ਕਰਾਂਗੇ ਅਤੇ ਉਹਨਾਂ ਤੋਂ ਕੁਐਸ਼ਨੇਅਰ ਭਰਾ ਕੇ ਆਪਾਂ ਉਹ ਡਾਟਾ ਕਲੈਕਟ ਕਰ ਲੈਂਦੇ ਆ ਅਤੇ ਉਹਨਾਂ 'ਤੇ ਜੋ ਰਿਜ਼ਲਟ ਆਉਂਦੇ ਆ ਉਹਨੂੰ ਆਪਾਂ ਪੂਰੀ ਪਾਪੂਲੇਸ਼ਨ ਦਾ ਰਿਜ਼ਲਟ ਮੰਨਦੇ ਆ। ਇਸ ਤਰੀਕੇ ਨਾਲ ਹੀ ਹੁੰਦਾ ਆ। ਤਾਂ ਆਪਾਂ ਇਹ ਦੇਖਣਾ ਕਿ ਜਿਹੜਾ ਆਪਾਂ ਸੈਂਪਲ ਲਿਆ ਸੀਗਾ ਉਹਦਾ ਜੋ ਰਿਜ਼ਲਟ ਆਇਆ, ਜੋ ਉਹਦੀ ਕੋਰਿਲੇਸ਼ਨ ਆਈ ਆ, ਉਹਦੀ ਵੈਲਿਊ ਅਤੇ ਜਿਹੜੀ ਪਾਪੂਲੇਸ਼ਨ ਆ ਉਹਦੀ ਕੋਰਿਲੇਸ਼ਨ ਜਿਹੜੀ ਐਕਚੁਅਲ 'ਚ ਹੋਏਗੀ ਕਿ ਉਹਨਾਂ ਵਿੱਚ ਕੋਈ ਫ਼ਰਕ ਹੈ ਕਿ ਉਹ ਦੋਨੋਂ ਨੂੰ ਆਪਾਂ ਸੇਮ ਟਰੀਟ ਕਰ ਸਕਦੇ ਹਾਂ। ਤਾਂ ਇਹ ਜਿਹੜਾ ਇਸ ਤਰੀਕੇ ਨਾਲ ਆਪਾਂ ਜਿਹੜਾ ਫਾਈਂਡ ਆਊਟ ਕਰਦੇ ਹਾਂ ਉਹਨੂੰ ਆਪਾਂ ਪ੍ਰੋਬੇਬਲ ਐਰਰ ਕਹਿੰਦੇ ਹਾਂ। So what is this? Probable error is of coefficient of correlation help us in determining accuracy and reliability of the value of coefficient that in so far depend upon the random sampling। ਆਪਾਂ ਸੈਂਪਲਿੰਗ ਕਰਦੇ ਹਾਂ, ਉਹਦੇ ਉੱਤੋਂ ਆਪਾਂ ਡਾਟਾ ਲੈ ਕੇ ਉਹਦੀ ਕੋਰਿਲੇਸ਼ਨ ਆਪਾਂ ਫਾਈਂਡ ਆਊਟ ਕਰ ਲਈ। ਆਪਾਂ ਦੇਖਣਾ ਕਿ ਇਹ ਜਿਹੜੀ ਕੋਰਿਲੇਸ਼ਨ ਆਈ ਆ ਕੋਫੀਸ਼ੀਐਂਟ ਆਫ ਕੋਰਿਲੇਸ਼ਨ, ਇਹ ਕਿੰਨਾ ਕੁ ਐਕੂਰੇਟ ਹੈ, ਕੀ ਇਹ ਰਿਲਾਇਬਲ ਹੈ, ਕਿ ਉਹ ਪੂਰੀ ਪਾਪੂਲੇਸ਼ਨ ਦਾ ਜੋ ਹੋਣਾ ਚਾਹੀਦਾ ਸੀ ਉਹ ਹੈ ਕਿ ਨਹੀਂ। ਸੋ ਇਹਨੂੰ ਆਪਾਂ ਕਿਸ ਤਰੀਕੇ ਨਾਲ ਕਰਨਾ ਆ, ਤਾਂ ਇਹਨੂੰ ਪ੍ਰੋਬੇਬਲ ਐਰਰ ਫਾਈਂਡ ਆਊਟ ਕਰਨ ਦਾ ਸਾਡੇ ਕੋਲ ਇਹ ਫਾਰਮੂਲਾ ਆ ਵਿਚ ਇਜ਼ ਦਿਸ ਵਨ। ਪ੍ਰੋਬੇਬਲ ਐਰਰ ਆਫ ਆਰ ਇਜ਼ 0.6745। ਆ ਫਿਕਸਡ ਵੈਲਿਊ ਹੈ, ਹਮੇਸ਼ਾ ਤੁਸੀਂ ਇਹੀ ਲੈਣੀ ਆ। 1 ਮਾਈਨਸ ਆਰ, ਆਰ ਕੀ ਆ, ਆਰ ਸਾਡੇ ਕੋਲ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਹੈ, ਤੁਸੀਂ ਫਾਈਂਡ ਆਊਟ ਕੀਤਾ ਹੋਏਗਾ। ਐਨ ਕੀ ਹੈ, ਜਿੰਨੀਆਂ ਆਬਜ਼ਰਵੇਸ਼ਨ ਲਈਆਂ, ਜਿੰਨਿਆਂ ਦਾ ਸੈਂਪਲ ਆਪਾਂ ਕੰਸੀਡਰ ਕੀਤਾ ਉਹ ਸਾਡਾ ਐਨ ਹੈ। ਠੀਕ ਹੈ, ਤਾਂ ਇਹਦੇ ਵਿੱਚ ਵੈਲਿਊ ਪੁੱਟ ਕਰਕੇ ਸਾਡੇ ਕੋਲ ਪ੍ਰੋਬੇਬਲ ਐਰਰ ਆ ਜਾਏਗੀ ਕਿ ਇੰਨੀ ਕੁ ਐਰਰ ਹੋ ਸਕਦੀ ਹੈ। ਉਸ ਤੋਂ ਬਾਅਦ ਇਹਦਾ ਫਾਇਦਾ ਕੀ ਆ, ਅਸੀਂ ਇਹਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਪੂਰੀ ਪਾਪੂਲੇਸ਼ਨ ਆ ਉਹਦਾ ਜਿਹੜਾ ਐਕਚੁਅਲ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਆਏਗਾ ਉਹ ਇਹਦੇ ਤੋਂ ਕਿੰਨਾ ਘੱਟ ਅਤੇ ਕਿੰਨਾ ਵੱਧ ਹੋ ਸਕਦਾ ਹੈ, ਉਹਦੀ ਕੀ ਲਿਮਿਟਸ ਹੋਣਗੀਆਂ, ਕਿੱਥੋਂ ਲੈ ਕੇ ਕਿੱਥੇ ਤੱਕ ਉਹ ਲਾਈ ਕਰੇਗਾ। ਠੀਕ ਹੈ, ਤਾਂ ਇਹ ਸਾਨੂੰ ਜਿਹੜੀ ਪ੍ਰੋਬੇਬਲ ਐਰਰ ਆ ਇਹਦੇ ਤੋਂ ਸਾਨੂੰ ਆਪਾਂ ਫਾਈਂਡ ਆਊਟ ਮੇਨ ਕੀ ਕਰਨਾ ਹੁੰਦਾ, ਲੋਅਰ ਲਿਮਿਟ ਅਤੇ ਅੱਪਰ ਲਿਮਿਟ। ਠੀਕ ਹੈ, ਸੋ ਹੁਣ ਇਹ ਜਿਹੜੀ ਵੈਲਿਊ ਹੈ ਕਿਸ ਤਰੀਕੇ ਨਾਲ ਆਪਾਂ ਅੱਪਰ ਅਤੇ ਲੋਅਰ ਲਿਮਿਟ ਫਾਈਂਡ ਆਊਟ ਕਰਦੇ ਹਾਂ। ਸੋ ਅਗਰ ਸਾਡੇ ਕੋਲ ਆਰ ਦੀ ਵੈਲਿਊ, ਪਹਿਲੀ ਗੱਲ ਤਾਂ ਆਪਾਂ ਦੇਖਿਆ ਕਿ ਆਰ ਜਿਹੜਾ ਸਾਡਾ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਆਇਆ ਅਤੇ ਜਿਹੜਾ ਸਾਡਾ ਪ੍ਰੋਬੇਬਲ ਐਰਰ ਇਨ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਆਇਆ ਇਸ ਫਾਰਮੂਲੇ ਦੇ ਨਾਲ, ਉਹਨਾਂ ਦੋਨਾਂ ਦੇ ਵਿੱਚ ਕਿਹੜਾ ਘੱਟ ਹੈ ਕਿਹੜਾ ਵੱਧ ਹੈ। ਜਿੱਦਾਂ ਅਗਰ ਆਰ ਦੀ ਵੈਲਿਊ ਲੈਸ ਹੋਏਗੀ ਪ੍ਰੋਬੇਬਲ ਐਰਰ ਤੋਂ, ਇਹਦਾ ਮਤਲਬ ਇਹ ਹੈ ਕਿ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਇਜ਼ ਨੋਟ ਐਟ ਆਲ ਸਿਗਨੀਫਿਕੈਂਟ। ਅਗਰ ਕੋਰਿਲੇਸ਼ਨ ਆਰ ਦੀ ਵੈਲਿਊ ਲੈਸ ਆ ਗਈ ਤਾਂ ਇਹਦਾ ਮਤਲਬ ਆਪਾਂ ਰਿਲਾਈ ਨਹੀਂ ਕਰ ਸਕਦੇ, ਇਹ ਜਿਹੜੀ ਕੋਰਿਲੇਸ਼ਨ ਕੋਫੀਸ਼ੀਐਂਟ ਆ ਉਹ ਐਕੂਰੇਟ ਨਹੀਂ ਹੈ। ਠੀਕ ਹੈ, ਅਗਰ ਵੈਲਿਊ ਆਫ ਆਰ is 6 time more than the probable error, ਠੀਕ ਹੈ, ਤਾਂ ਫਿਰ ਕੀ ਹੋਏਗਾ, R will be significant। ਤਾਂ R significant ਜਾਂ reliable ਜਾਂ accurate ਤਾਂ ਹੋਏਗਾ ਅਗਰ R ਦੀ ਵੈਲਿਊ 6 time more ਹੋਏਗੀ probable error ਤੋਂ। ਉਸ ਤੋਂ ਬਾਅਦ ਤੁਹਾਨੂੰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਫਾਈਂਡ ਆਊਟ ਕਰਨੀ ਆ ਦੀ ਅੱਪਰ ਅਤੇ ਲੋਅਰ ਲਿਮਿਟ ਕਿ ਜਿਹੜੀ ਐਕਚੁਅਲ ਪਾਪੂਲੇਸ਼ਨ ਆ ਉਹਦੀ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਦੀ ਕੀ ਵੈਲਿਊਜ਼ ਹੋਣੀ ਚਾਹੀਦੀ ਆ। ਉਹਦੇ ਲਈ ਆਪਾਂ ਇਹ ਲਿਖਦੇ ਆ ਰੋ ਆਫ ਆਰ ਐਚ ਓ ਰੋ। ਤਾਂ ਇਹਨੂੰ ਆਪਾਂ ਡਿਨੋਟ ਕਰਦੇ ਹਾਂ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਆਫ ਦੀ ਪਾਪੂਲੇਸ਼ਨ। ਜਿਹੜਾ ਸਮਾਲ ਆ ਰਿਹਾ ਉਹ ਹੁੰਦਾ ਆ ਸੈਂਪਲ ਜਿਹੜਾ ਭਲਿਆ ਉਹਦੀ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਦੇ ਲਈ, ਅਤੇ ਹੁਣ ਜਿਹੜਾ ਪੂਰੀ ਪਾਪੂਲੇਸ਼ਨ ਦਾ ਆ ਉਹਦੀ ਲਿਮਿਟਸ ਕੀ ਆਉਣਗੀਆਂ, ਆਰ ਪਲੱਸ ਮਾਈਨਸ ਪ੍ਰੋਬੇਬਲ ਐਰਰ ਇਨ ਆਰ। ਤਾਂ ਪ੍ਰੋਬੇਬਲ ਐਰਰ ਕੱਢ ਕੇ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਦੇ ਵਿੱਚੋਂ ਸਬਟਰੈਕਟ ਕਰਾਂਗੇ, ਤੁਹਾਡੀ ਲੋਅਰ ਲਿਮਿਟ ਆ ਜਾਏਗੀ, ਪਲੱਸ ਕਰਾਂਗੇ ਤਾਂ ਸਾਡੀ ਅੱਪਰ ਲਿਮਿਟ ਆ ਜਾਏਗੀ, ਅਤੇ ਸਾਨੂੰ ਪਤਾ ਚੱਲ ਜਾਏਗਾ ਕਿ ਸਾਡੀ ਜਿਹੜੀ ਪੂਰੀ ਪਾਪੂਲੇਸ਼ਨ ਦਾ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਆ ਉਹ ਕਿਹੜੀ ਲਿਮਿਟਸ ਦੇ ਬਿਟਵੀਨ ਹੋਏਗਾ, ਉਹਦੀ ਸਾਨੂੰ ਇੱਕ ਅੰਦਾਜ਼ਨ ਵੈਲਿਊ ਮਿਲ ਜਾਏਗੀ। ਸੋ ਇਹਦੇ ਫੀਚਰ ਆ। ਹੁਣ ਉਸ ਤੋਂ ਬਾਅਦ ਇਹਦੀ ਕੰਡੀਸ਼ਨਸ ਵੀ ਆ ਕੁਛ ਕਿ ਇਹਨੂੰ ਆਪਾਂ ਜਦੋਂ ਅਪਲਾਈ ਕਰਨਾ ਜਾਂ ਆਪਾਂ ਇਹਨੂੰ ਸੋਲਵ ਕਰਨਾ ਤਾਂ ਸਾਡੇ ਕੋਲ ਕੀ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਕਿ ਪ੍ਰੋਬੇਬਲ ਐਰਰ ਕੈਨ be used only when the following 3 condition fulfilled, which one, data must be approximate to well shaped curve, यानी कि नॉर्मल फ्रीक्वेंसी कर्व होनी चाहिए ਉਹਦੀ। ਸੈਕਿੰਡ ਹੈ
कि probable error computed from statistical measure must have been taken from the sample, ठीक है, सैंपल ਜਿਹੜਾ ਆ ਆਪਾਂ ਉਹਦੇ ਤੋਂ ਕੈਲਕੂਲੇਟ ਕਰਦੇ ਆ। ਦੈਨ ਸੈਂਪਲ ਆਈਟਮ ਮਸਟ ਬੀ ਸਿਲੈਕਟਡ ਇਨ ਐਨ ਅਨਬਾਇਸਡ ਮੈਨਰ, ਮਤਲਬ ਰੈਂਡਮਲੀ ਸਿਲੈਕਟਡ ਹੋਣੀਆਂ ਚਾਹੀਦੀਆਂ, ਇਹ ਨਹੀਂ ਕਿ ਸੋਚ ਸਮਝ ਕੇ ਤੁਸੀਂ ਪਰਟੀਕੂਲਰ ਸੈਂਪਲ ਚੂਜ਼ ਕਰਦੇ ਆ। ਸੋ ਇਹ ਸਾਡੀ ਕੰਡੀਸ਼ਨ ਆ, ਅਗਰ ਇਹ ਕੰਡੀਸ਼ਨ ਫੁੱਲਫਿਲ ਹੋਣਗੀਆਂ ਤਾਂ ਹੀ ਅਸੀਂ ਇਸ ਮੈਥਡ ਦੇ ਨਾਲ ਪ੍ਰੋਬੇਬਲ ਐਰਰ ਕੱਢ ਕੇ ਅਤੇ ਸਾਡੀ ਪੋਪੂਲੇਸ਼ਨ ਦੇ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਦੀਆਂ ਲਿਮਿਟਸ ਫਾਈਂਡ ਆਊਟ ਕਰ ਸਕਦੇ ਹਾਂ। ਉਸ ਤੋਂ ਬਾਅਦ ਸਟੈਂਡਰਡ ਐਰਰ ਹੈ, ਇਹ ਆਪਾਂ ਬਾਅਦ 'ਚ ਕਰਾਂਗੇ, ਪਹਿਲਾਂ ਇਹ ਇੰਨਾ ਹੀ। ਅਤੇ ਇਸ ਤੋਂ ਬਾਅਦ ਇੱਕ ਕੁਐਸਚਨ ਆ ਉਹ ਆਪਾਂ ਕਰਦੇ ਹਾਂ, ਫਾਈਂਡ ਦੀ ਪ੍ਰੋਬੇਬਲ ਐਰਰ, ਅਜ਼ਿਊਮ ਦੈਟ ਕੋਰਿਲੇਸ਼ਨ ਕੋਫੀਸ਼ੀਐਂਟ 0.8 ਦਿੱਤਾ ਹੋਇਆ ਅਤੇ ਪੇਅਰਸ ਆਫ ਸੈਂਪਲਸ ਜਿਹੜੇ ਆ ਉਹ 25 ਆ, ਮਤਲਬ ਐਨ ਦੀ ਵੈਲਿਊ ਸਾਡੇ ਕੋਲ 25 ਹੈ ਅਤੇ ਆਰ ਦੀ ਵੈਲਿਊ 0.8 ਹੈ, ਠੀਕ ਹੈ। ਤਾਂ ਆਰ ਦੀ ਵੈਲਿਊ ਹੋ ਗਈ ਅਤੇ ਆਹ ਸਾਡੀ ਐਨ ਦੀ ਵੈਲਿਊ ਹੋ ਗਈ। ਆਪਾਂ ਕੀ ਕਰਨਾ, ਪ੍ਰੋਬੇਬਲ ਐਰਰ ਦਾ ਸਾਡੇ ਕੋਲ ਫਾਰਮੂਲਾ ਹੈ, ਉਹਦੇ ਵਿੱਚ ਇਹ ਵੈਲਿਊਜ਼ ਪੁੱਟ ਕਰ ਦੇਣੀਆਂ। ਤਾਂ 0.674 ਇੰਟੂ 1 ਮਾਈਨਸ ਆਰ ਸਕੇਅਰ ਇੰਟੂ ਅੰਡਰ ਰੂਟ ਐਨ ਮਾਈਨਸ ਆਰ ਸਕੇਅਰ ਅੰਡਰ ਰੂਟ ਐਨ। ਅਤੇ ਜਿਹੜਾ ਆਪਾਂ ਫਾਰਮੂਲਾ ਲਿਖਿਆ ਸੀਗਾ ਉਹਦੇ ਵਿੱਚ ਵੈਲਿਊਜ਼ ਪੁੱਟ ਕਰਦੇ ਹਾਂ ਪ੍ਰੋਬੇਬਲ ਐਰਰ। ਇਹਦੀ ਬਜਾਏ ਤੁਸੀਂ ਆਹ ਦੇਖੋ ਕੀ ਹੈ, 0.674 ਇੰਟੂ 1 ਮਾਈਨਸ ਆਰ ਸਕੇਅਰ ਦੀ ਵੈਲਿਊ ਲਿਖਦੀ ਔਰ ਡਿਵਾਈਡਡ ਬਾਈ ਰੂਟ ਐਨ ਦੀ ਵੈਲਿਊ 25 ਹੈ। ਤਾਂ ਇਹਨੂੰ ਆਪਾਂ ਸੋਲਵ ਜਦੋਂ ਕਰਦੇ ਹਾਂ ਸਾਡੇ ਕੋਲ ਵੈਲਿਊ ਆਉਂਦੀ ਹੈ 0.0486। ਇਹ ਕੀ ਆਇਆ ਸਾਡੇ ਕੋਲ, ਪ੍ਰੋਬੇਬਲ ਐਰਰ। ਤਾਂ ਇਹ 'ਚ ਸਿਰਫ ਐਰਰ ਪੁੱਛਿਆ ਸੀਗਾ। ਜੇ ਉਹਨਾਂ ਨੇ ਪੁੱਛਿਆ ਹੋਵੇ ਕਿ ਲਿਮਿਟਸ ਕੀ ਆ, ਫਿਰ ਆਪਾਂ ਅਗਲਾ ਕੁਐਸਚਨ ਦੇਖੋ ਜਿਹਦੇ ਵਿੱਚ ਸਾਡੇ ਕੋਲ ਆਰ ਦੀ ਵੈਲਿਊ ਦਿੱਤੀ ਹੋਈ ਹੈ, ਠੀਕ ਹੈ, ਐਨ ਦੀ ਵੈਲਿਊ ਦਿੱਤੀ ਹੋਈ ਹੈ, ਪ੍ਰੋਬੇਬਲ ਐਰਰ ਦੱਸਣੀ ਹੈ, ਉਸ ਤੋਂ ਬਾਅਦ ਲਿਮਿਟ ਵੀ ਪੋਪੂਲੇਸ਼ਨ ਕੋਰਿਲੇਸ਼ਨ ਦੇ ਕੀ ਹੋਣਗੇ ਆ ਦੱਸਣੀ ਆ। ਤਾਂ ਇਹਦੇ ਵਿੱਚ ਆਪਾਂ ਇਹ ਵੈਲਿਊ ਪ੍ਰੋਬੇਬਲ ਐਰਰ ਦੇ ਵਿੱਚ 0.674 ਫਿਕਸ ਹੈ ਸਾਡੇ ਕੋਲ, ਇੰਟੂ 1 ਮਾਈਨਸ ਆਰ ਸਕੇਅਰ ਕਰਕੇ ਉਹਨੂੰ 1 'ਚੋਂ ਸਬਟਰੈਕਟ ਕਰਨਾ ਔਰ ਡਿਵਾਈਡ ਕਰਨਾ ਰੂਟ ਐਨ ਦੇ ਨਾਲ। ਤਾਂ ਇਹ ਸਾਡੇ ਕੋਲ ਵੈਲਿਊ ਆ ਗਈ 0.043 ਅਪਰੋਕਸੀਮੇਟਲੀ ਇੰਨੀ ਵੈਲਿਊ ਆ ਜਾਏਗੀ। ਇਹ ਸਾਡੇ ਕੋਲ ਪ੍ਰੋਬੇਬਲ ਐਰਰ ਆ। ਹੁਣ ਕੀ ਆ ਕਿ ਇਹਦੇ ਵਿੱਚ ਆਪਾਂ ਦੇਖਣਾ ਕਿ ਲਿਮਿਟਸ ਜਿਹੜੀਆਂ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਜਿਹੜਾ ਪੋਪੂਲੇਸ਼ਨ ਦਾ ਹੋਏਗਾ ਉਹ ਕੀ ਹੋਏਗੀ। ਤਾਂ ਉਹਦੇ ਲਈ ਸਾਡੇ ਕੋਲ ਫਾਰਮੂਲਾ ਹੈ ਪੋਪੂਲੇਸ਼ਨ ਦੇ ਲਿਮਿਟਸ ਦੇ ਲਈ, ਤਾਂ ਆਰ ਪਲੱਸ ਮਾਈਨਸ ਪ੍ਰੋਬੇਬਲ ਐਰਰ ਆਇਆ, ਆਰ ਦੀ ਵੈਲਿਊ ਸੀਗੀ 0.7। ਤਾਂ 0.7 ਦੇ ਵਿੱਚ ਪਲੱਸ ਕਰਨਾ ਅਤੇ ਮਾਈਨਸ ਕਰਨਾ 0.043 ਨੂੰ। ਤਾਂ ਜਦੋਂ ਆਪਾਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 0.743 ਅਤੇ ਜਦੋਂ ਪਲੱਸ ਕਰਾਂਗੇ ਉਲਟਾ ਹੋ ਜਾਏਗਾ ਨਾ, ਇਹ ਪਹਿਲਾਂ ਪਲੱਸ ਕੀਤਾ ਹੋਇਆ ਫਿਰ ਮਾਈਨਸ। ਸੋ ਇਹਦੇ ਵਿੱਚ ਕੀ ਹੈ, ਤਾਂ ਮਤਲਬ ਇਹ ਹੋ ਗਿਆ ਕਿ 0.65 ਤੋਂ ਲੈ ਕੇ 0.74 ਦੇ ਵਿੱਚ ਸਾਡਾ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਫॉर ਦੀ ਪੋਪੂਲੇਸ਼ਨ ਇਹ ਲਾਈ ਕਰੇਗਾ, ਠੀਕ ਹੈ। ਉੱਦਾਂ ਜਿਹੜੀ ਸੈਂਪਲ ਦਾ 0.7 ਹੈ, ਤਾਂ ਇਹਦਾ ਮਤਲਬ ਇਹਦੇ ਤੋਂ ਲੈਸ ਵੀ ਹੋ ਸਕਦਾ ਹੈ, 0.65 ਤੋਂ ਲੈ ਕੇ 0.75 ਦੇ ਬਿਟਵੀਨ ਆਏਗੀ ਵੈਲਿਊ। ਸੋ this is all for today's. Thank you.